ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਦੋਸਤੋ, ਪਿਛਲੇ ਲੈਕਚਰ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਚਰਚਾ ਕੀਤੀ ਸੀ। ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਕੁਝ ਹੋਰ ਮਹੱਤਵਪੂਰਨ ਪ੍ਰਸ਼ਨਾਂ ਦੀ ਚਰਚਾ ਕਰਾਂਗੇ। ਵਧਦੇ ਹਾਂ ਆਪਣੇ ਪਹਿਲੇ ਪ੍ਰਸ਼ਨ ਦੇ ਵੱਲ। ਪਹਿਲਾ ਪ੍ਰਸ਼ਨ ਹੈ, ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਰਚਾਵਦਾ ਈ 14 ਤਬਕਾਂ ਦਾ ਨਕਸ਼ੇ ਨਿਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਵਦਾ ਈ। ਇਹਨਾਂ ਪੰਕਤੀਆਂ ਦੇ ਵਿੱਚ ਕਿਹੜਾ ਛੰਦ ਵਰਤਿਆ ਗਿਆ ਹੈ? ਆਪਸ਼ਨਾਂ ਹਨ ਦੋਹਰਾ, ਸੋਠਾ, ਸਿਰਖੰਡੀ ਜਾਂ ਬੈਂਤ। ਇਸ ਦਾ ਸਹੀ ਉੱਤਰ ਹੈ ਬੈਂਤ। ਇਹਨਾਂ ਪੰਕਤੀਆਂ ਦੇ ਵਿੱਚ ਬੈਂਤ ਛੰਦ ਨੂੰ ਵਰਤਿਆ ਗਿਆ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਹਮਦ ਵਿੱਚ ਤਾਰੀਫ ਕੀਤੀ ਜਾਂਦੀ ਹੈ। ਆਪਸ਼ਨਾਂ ਹਨ ਹਜ਼ਰਤ ਮੁਹੰਮਦ ਦੀ, ਉਸ ਦੇ 4 ਯਾਰਾਂ ਦੀ, ਖੁਦਾ ਦੀ ਜਾਂ ਕੋਈ ਵੀ ਠੀਕ ਨਹੀਂ। ਇਸ ਦਾ ਸਹੀ ਉੱਤਰ ਹੈ ਖੁਦਾ ਦੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਜਨਮ ਸਾਖੀਆਂ ਦੀਆਂ ਵੱਖ-ਵੱਖ ਪਰੰਪਰਾਵਾਂ ਵਿੱਚੋਂ ਸਭ ਤੋਂ ਬਾਅਦ ਉਭਰੀ ਪਰੰਪਰਾ ਸੀ। ਆਪਸ਼ਨਾਂ ਹਨ ਭਾਈ ਬਾਲੇ ਵਾਲੀ ਜਨਮ ਸਾਖੀ ਦੀ, ਗਿਆਨ ਰਤਨਾਵਲੀ ਦੀ, ਮਿਹਰਬਾਨ ਵਾਲੀ ਜਨਮ ਸਾਖੀ ਦੀ, ਆਦ ਸਾਖੀਆਂ ਦੀ। ਇਸ ਦਾ ਸਹੀ ਉੱਤਰ ਹੈ ਗਿਆਨ ਰਤਨਾਵਲੀ ਦੀ। ਜਿਹੜੀ ਪਰੰਪਰਾ ਸੀ ਜਨਮ ਸਾਖੀਆਂ ਦੀ, ਉਹ ਸਭ ਤੋਂ ਬਾਅਦ ਉਭਰੀ ਸੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਗੁਲਾਮ ਫਰੀਦ ਕਿਸ ਸਦੀ ਦਾ ਸੂਫੀ ਸ਼ਾਇਰ ਹੈ? ਆਪਸ਼ਨਾਂ ਹਨ 12ਵੀਂ ਸਦੀ ਦਾ, 14ਵੀਂ ਸਦੀ ਦਾ, 19ਵੀਂ ਸਦੀ ਦਾ ਜਾਂ 20ਵੀਂ ਸਦੀ ਦਾ। ਇਸ ਦਾ ਸਹੀ ਉੱਤਰ ਹੈ 19ਵੀਂ ਸਦੀ ਦਾ। ਇਸ ਤੋਂ ਅਗਲਾ ਪ੍ਰਸ਼ਨ ਹੈ, ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਕਿੱਸਾ ਹੈ? ਆਪਸ਼ਨਾਂ ਹਨ ਮਰਦ ਤੇ ਔਰਤ ਦੇ ਇਸ਼ਕ ਬਾਰੇ ਪ੍ਰਚਲਿਤ ਕਹਾਣੀਆਂ ਨੂੰ ਕਹਿੰਦੇ ਹਨ, ਲਿਖਤੀ ਰੂਪ ਵਿੱਚ ਮਿਲਦੀਆਂ ਕਹਾਣੀਆਂ ਨੂੰ ਕਹਿੰਦੇ ਹਨ, ਅਰਬੀ ਜ਼ੁਬਾਨ ਤੋਂ ਪੰਜਾਬੀ ਵਿੱਚ ਆਈਆਂ ਇਸ਼ਕ ਦੀਆਂ ਕਹਾਣੀਆਂ ਨੂੰ ਕਹਿੰਦੇ ਹਨ, ਇਸ਼ਕ ਜਾਂ ਰੋਮਾਂਸ ਜਾਂ ਤਿਆਗ ਭਗਤੀ ਜਾਂ ਸੂਰਮਿਆਂ ਦੀ ਕੁਰਬਾਨੀ ਦੇ ਕਾਵ ਬਿਰਤਾਂਤ ਨੂੰ ਕਹਿੰਦੇ ਹਨ। ਇਸ ਦਾ ਸਹੀ ਉੱਤਰ ਹੈ ਇਸ਼ਕ ਜਾਂ ਰੋਮਾਂਸ ਜਾਂ ਤਿਆਗ ਭਗਤੀ ਜਾਂ ਸੂਰਮਿਆਂ ਦੀ ਕੁਰਬਾਨੀ ਦੇ ਕਾਵ ਬਿਰਤਾਂਤ ਨੂੰ ਕਿੱਸਾ ਕਹਿੰਦੇ ਸਨ। ਇਸ ਤੋਂ ਅਗਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਨੂੰ ਸੁਖਨ ਦਾ ਵਾਰਿਸ ਕਿਸ ਕਵੀ ਨੇ ਕਿਹਾ ਹੈ? ਆਪਸ਼ਨਾਂ ਹਨ ਮੀਆਂ ਮੁਹੰਮਦ ਬਖਸ਼, ਮੌਲਵੀ ਅਹਿਮਦ ਯਾਰ, ਕਾਦਰ ਯਾਰ, ਫਜ਼ਲ ਸ਼ਾਹ। ਇਸ ਦਾ ਸਹੀ ਉੱਤਰ ਹੈ ਮੌਲਵੀ ਅਹਿਮਦ ਯਾਰ। ਇਹਨਾਂ ਨੇ ਵਾਰਿਸ ਸ਼ਾਹ ਨੂੰ ਸੁਖਨ ਦਾ ਵਾਰਿਸ ਕਹਿ ਕੇ ਸੰਬੋਧਿਤ ਕੀਤਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ? ਆਪਸ਼ਨਾਂ ਹਨ ਸ਼ਬਦ ਹਜ਼ਾਰੇ ਵਿੱਚ, ਜਾਪ ਸਾਹਿਬ ਵਿੱਚ, ਸੁਖਮਨੀ ਸਾਹਿਬ ਵਿੱਚ, ਕੀਰਤਨ ਸੋਲਾ ਵਿੱਚ। ਇਸ ਦਾ ਸਹੀ ਉੱਤਰ ਹੈ ਸੁਖਮਨੀ ਸਾਹਿਬ ਵਿੱਚ ਅਸ਼ਟਪਦੀ ਕਾਵਿ ਰੂਪ ਨੂੰ ਵਰਤਿਆ ਗਿਆ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਹੜੀ ਜਨਮ ਸਾਖੀ ਸਭ ਤੋਂ ਪ੍ਰਾਚੀਨ ਹੈ? ਆਪਸ਼ਨਾਂ ਹਨ ਆਦਿ ਸਾਖੀ, ਆਦਿ ਸਾਖੀਆਂ, ਪੁਰਾਤਨ ਜਨਮ ਸਾਖੀ, ਬਾਲੇ ਵਾਲੀ ਜਨਮ ਸਾਖੀ ਜਾਂ ਮਿਹਰਬਾਨ ਵਾਲੀ ਜਨਮ ਸਾਖੀ। ਇਸ ਦਾ ਸਹੀ ਉੱਤਰ ਹੈ ਪੁਰਾਤਨ ਜਨਮ ਸਾਖੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੂਫੀ ਮਤ ਵਿੱਚ ਤੌਹੀਦ ਤੋਂ ਭਾਵ ਹੈ? ਆਪਸ਼ਨਾਂ ਹਨ ਸਾਰਾ ਸੰਸਾਰ ਰੱਬ ਨੇ ਪੈਦਾ ਕੀਤਾ ਹੈ, ਰੱਬ ਦੀ ਏਕਤਾ ਵਿੱਚ ਵਿਸ਼ਵਾਸ, ਰੋਜ਼ੇ ਅਤੇ ਨਮਾਜ਼ ਦਾ ਪਾਬੰਦ ਹੋਣਾ, ਗਰੀਬ ਮਸਕੀਨਾਂ ਦੀ ਸਹਾਇਤਾ ਕਰਨਾ। ਇਸ ਦਾ ਸਹੀ ਉੱਤਰ ਹੈ ਰੱਬ ਦੀ ਏਕਤਾ ਵਿੱਚ ਵਿਸ਼ਵਾਸ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੂਫੀ ਮਤ ਵਿੱਚ ਵਹਿਦਤ ਉਲ ਵਜੂਦ ਤੋਂ ਭਾਵ ਹੈ? ਆਪਸ਼ਨਾਂ ਹਨ ਰੱਬ 7ਵੇਂ ਅਸਮਾਨ ਤੇ ਰਹਿੰਦਾ ਹੈ, ਰੱਬ ਵਜੂਦ ਤੋਂ ਅਲੱਗ ਹੈ, ਰੱਬ ਤਪ ਸਾਧਨਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਰੱਬ ਸਰਵ ਵਿਆਪਕ ਹੈ। ਇਸ ਦਾ ਸਹੀ ਉੱਤਰ ਹੈ ਰੱਬ
ਸਰਵ ਵਿਆਪਕ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਆਮਤ ਦਾ ਸੰਕਲਪ। ਆਪਸ਼ਨਾਂ ਹਨ, ਬੁੱਧ ਧਰਮ ਦੇ ਨਿਰਮਾਣ ਸੰਕਲਪ ਨਾਲ ਮਿਲਦਾ ਜੁਲਦਾ ਹੈ, ਯਹੂਦੀ ਮਤ ਤੋਂ ਲਿਆ ਗਿਆ ਹੈ, ਸਿੱਖ ਧਰਮ ਦੇ ਰੱਬ ਦੀ ਭਗਤੀ ਦੇ ਸਿਧਾਂਤ ਨਾਲ ਮਿਲਦਾ ਜੁਲਦਾ ਹੈ, ਜਾਂ ਹਿੰਦੂ ਧਰਮ ਦੇ ਪਰਲੋ ਸਿਧਾਂਤ ਦੇ ਨਾਲ ਮਿਲਦਾ ਜੁਲਦਾ ਹੈ। ਇਸ ਦਾ ਸਹੀ ਉੱਤਰ ਹੈ ਹਿੰਦੂ ਧਰਮ ਦੇ ਪਰਲੋ ਦੇ ਸਿਧਾਂਤ ਨਾਲ ਮਿਲਦਾ ਜੁਲਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੂਫੀ ਮਤ ਵਿੱਚ ਤਰਕੇ ਦੁਨੀਆ ਦੇ ਸੰਕਲਪ ਤੋਂ ਭਾਵ ਹੈ। ਆਪਸ਼ਨਾਂ ਹਨ, ਦੁਨੀਆ ਦਾ ਤਿਆਗ ਕਰਕੇ ਭਗਤੀ ਕਰੋ, ਘਰ-ਬਾਰ ਤਿਆਗ ਕੇ ਇਬਾਦਤ ਕਰੋ, ਮਸਜਿਦ ਵਿੱਚ ਇਕਾਂਤ ਵਿੱਚ ਰਹਿ ਕੇ ਇਬਾਦਤ ਕਰਨੀ, ਦੁਨੀਆ ਵਿੱਚ ਰਹਿੰਦੇ ਹੋਏ ਦੁਨੀਆ ਤੋਂ ਬੇਨਿਆਜ਼ ਹੋ ਕੇ ਇਬਾਦਤ ਕਰਨਾ। ਇਸ ਦਾ ਸਹੀ ਉੱਤਰ ਹੈ ਦੁਨੀਆ ਵਿੱਚ ਰਹਿੰਦੇ ਹੋਏ ਦੁਨੀਆ ਤੋਂ ਬੇਨਿਆਜ਼ ਹੋ ਕੇ ਇਬਾਦਤ ਕਰਨਾ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੂਫੀ ਮਤ ਐਸੀ ਵਿਚਾਰਧਾਰਾ ਹੈ। ਆਪਸ਼ਨਾਂ ਹਨ, ਜਿਸ ਨੂੰ ਹਰ ਧਰਮ ਮੰਨਦਾ ਹੈ, ਜੋ ਕੇਵਲ ਮੁਸਲਮਾਨਾਂ ਵਿੱਚ ਹੀ ਪ੍ਰਚਲਿਤ ਹੋਈ ਇਸਲਾਮ ਦੀ ਪੂਰਕ ਵਿਚਾਰਧਾਰਾ ਹੈ, ਜਾਂ ਇਸਲਾਮ ਦੇ ਵਿਰੋਧ ਵਜੋਂ ਉਪਜੀ ਵਿਚਾਰਧਾਰਾ ਹੈ। ਇਸ ਦਾ ਸਹੀ ਉੱਤਰ ਹੈ ਇਸਲਾਮ ਦੀ ਪੂਰਕ ਵਿਚਾਰਧਾਰਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਸ ਗੁਰੂ ਜੀ ਨੇ ਕੇਵਲ ਸ਼ਲੋਕਾਂ ਦੀ ਹੀ ਰਚਨਾ ਕੀਤੀ ਹੈ। ਆਪਸ਼ਨਾਂ ਹਨ, ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ। ਇਸ ਦਾ ਸਹੀ ਉੱਤਰ ਹੈ ਗੁਰੂ ਅੰਗਦ ਦੇਵ ਜੀ ਨੇ ਸਿਰਫ ਸ਼ਲੋਕਾਂ ਵਿੱਚ ਹੀ ਰਚਨਾ ਕੀਤੀ ਹੈ। ਇਹਨਾਂ ਦੇ 62 ਸ਼ਲੋਕ ਮਿਲਦੇ ਹਨ ਅਤੇ ਕੁਝ ਇਤਿਹਾਸਾਂ ਵਿੱਚ ਇਸ ਦੀ ਗਿਣਤੀ 63 ਵੀ ਦੱਸੀ ਜਾਂਦੀ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਤਰਲੋਚਨ ਸਿੰਘ ਬੇਦੀ ਨੇ 13ਵੀਂ ਸਦੀ ਈਸਵੀ ਦੀ ਕਿਸ ਵਾਰਤਕ ਰਚਨਾ ਦਾ ਹਵਾਲਾ ਦਿੱਤਾ ਹੈ। ਆਪਸ਼ਨਾਂ ਹਨ, ਪਦਤੀਨਾਮਾ, ਗੋਰਖ ਉਪਨਿਸ਼ਦ, ਇਕਾਦਸ਼ੀ ਮਹਾਤਮ, ਜਾਂ ਪ੍ਰਾਨ ਸੰਗਲੀ। ਇਸ ਦਾ ਸਹੀ ਉੱਤਰ ਹੈ ਇਕਾਦਸ਼ੀ ਮਹਾਤਮ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੂਫੀ ਮਤ ਵਿੱਚ ਜ਼ੁਹਦ ਤੋਂ ਭਾਵ ਹੈ। ਆਪਸ਼ਨਾਂ ਹਨ, ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਬੰਦਗੀ ਕਰਨਾ, ਭਰਿਆਂ ਵਿੱਚ ਵੜ ਕੇ ਤਪੱਸਿਆ ਕਰਨੀ। ਇਹ ਸ਼ਬਦ ਭੂਰਿਆਂ ਹੈ, ਇੱਥੇ ਗਲਤੀ ਨਾਲ ਭਰਿਆ ਲਿਖਿਆ ਗਿਆ ਹੈ। ਹਰ ਸਮੇਂ ਰੱਬ ਦੀ ਭਗਤੀ ਹੀ ਕਰਦੇ ਰਹਿਣਾ, ਜਾਂ ਦੁਨੀਆਦਾਰੀ ਤੋਂ ਬੇਨਿਆਜ਼ ਰਹਿ ਕੇ ਅੱਲਾ ਦੀ ਇਬਾਦਤ ਕਰਨਾ। ਇਸ ਦਾ ਸਹੀ ਉੱਤਰ ਹੈ ਦੁਨੀਆਦਾਰੀ ਤੋਂ ਬੇਨਿਆਜ਼ ਰਹਿ ਕੇ ਅੱਲਾ ਦੀ ਇਬਾਦਤ ਕਰਨਾ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੂਫੀ ਵਿਚਾਰਧਾਰਾ ਵਿੱਚ ਸ਼ੁਕਰ ਤੋਂ ਭਾਵ ਹੈ। ਆਪਸ਼ਨਾਂ ਹਨ, ਰੱਬ ਅੱਗੇ ਦੁਆ ਕਰਨੀ ਕਿ ਮੈਂ ਸਬਰ ਵਿੱਚ ਰਹਾਂ, ਰੱਬ ਵੱਲੋਂ ਦਿੱਤੀਆਂ ਨਿਆਮਤਾਂ ਲਈ ਉਸ ਦੇ ਸ਼ੁਕਰਗੁਜ਼ਾਰ ਹੋਣਾ, ਰੱਬ ਦਾ ਸ਼ੁਕਰ ਤਾਂ ਕਰੋ ਪਰ ਮੁਸੀਬਤ ਸਮੇਂ ਮੌਲਵੀ ਪਾਸੋਂ ਦੁਆ ਕਰਵਾਓ। ਸ਼ੁਕਰ ਤੇ ਸਬਰ ਇੱਕੋ ਸੰਕਲਪ ਹਨ। ਇਸ ਦਾ ਸਹੀ ਉੱਤਰ ਹੈ ਰੱਬ ਵੱਲੋਂ ਦਿੱਤੀਆਂ ਨਿਆਮਤਾਂ ਲਈ ਉਸ ਦੇ ਸ਼ੁਕਰਗੁਜ਼ਾਰ ਹੋਣਾ। ਇਸ ਤੋਂ ਅਗਲਾ ਪ੍ਰਸ਼ਨ ਹੈ, ਵਰਣਮਾਲਾ ਦੇ ਆਧਾਰ ਤੇ ਕਿਹੜਾ ਕਾਵਿ ਰੂਪ ਰਚਿਆ ਜਾਂਦਾ ਹੈ। ਆਪਸ਼ਨਾਂ ਹਨ, ਸ਼ਲੋਕ, ਕਾਫੀ, ਬਾਰਾਂਮਾਹ, ਸ਼ੀ ਅਰਫੀ। ਇਸ ਦਾ ਸਹੀ ਉੱਤਰ ਹੈ ਸ਼ੀ ਅਰਫੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਸ ਕਾਲ ਨੂੰ ਪੰਜਾਬੀ ਸਾਹਿਤ ਦਾ ਸੰਕ੍ਰਾਂਤੀ ਕਾਲ ਕਿਹਾ ਜਾਂਦਾ ਹੈ। ਆਪਸ਼ਨਾਂ ਹਨ, ਵਾਰਿਸ ਕਾਲ, ਰਣਜੀਤ ਸਿੰਘ ਕਾਲ, ਅੰਗਰੇਜ਼ੀ ਕਾਲ ਦਾ ਪਹਿਲਾ ਅੱਧ, ਉੱਤਰ ਸੁਤੰਤਰਤਾ ਕਾਲ। ਇਸ ਦਾ ਸਹੀ ਉੱਤਰ ਹੈ ਅੰਗਰੇਜ਼ੀ ਕਾਲ ਦਾ ਪਹਿਲਾ ਅੱਧ। ਇਸ ਨੂੰ ਸੰਕ੍ਰਾਂਤੀ ਕਾਲ ਕਿਹਾ ਜਾਂਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਪੰਜਾਬੀ ਸਾਹਿਤ ਦੇ ਇਤਿਹਾਸ ਦਾ ਵਿਗਿਆਨਕ ਮਾਡਲ ਕਿਸ ਨੇ ਪੇਸ਼ ਕੀਤਾ ਹੈ। ਆਪਸ਼ਨਾਂ ਹਨ, ਬਾਵਾ ਬੁੱਧ ਸਿੰਘ, ਮੌਲਾ ਬਖਸ਼ ਕੁਸ਼ਤਾ, ਬਨਾਰਸੀ ਦਾਸ ਜੈਨ, ਮੋਹਨ ਸਿੰਘ ਦੀਵਾਨਾ। ਇਸ ਦਾ ਸਹੀ ਉੱਤਰ ਹੈ ਮੋਹਨ ਸਿੰਘ ਦੀਵਾਨਾ। ਇਸ ਤੋਂ ਅਗਲਾ ਪ੍ਰਸ਼ਨ ਹੈ, ਸ਼ਬਦ ਕਾਵਿ ਰੂਪ ਹੈ, ਰੋਮਾਂਟਿਕ ਹੈ, ਪ੍ਰਤੰਤਕ ਹੈ, ਧਾਰਮਿਕ ਹੈ, ਵਰਣਾਤਮਕ ਹੈ। ਇਸ ਦਾ ਸਹੀ ਉੱਤਰ ਹੈ ਧਾਰਮਿਕ ਹੈ। ਸ਼ਬਦ ਕਾਵਿ ਰੂਪ ਵਧੇਰੇ ਤੌਰ ਤੇ ਧਾਰਮਿਕ ਅਕੀਦਿਆਂ ਵੱਲੋਂ ਹੀ ਵਰਤਿਆ ਗਿਆ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ,
ਸੀ ਅਰਫੀ ਦਾ ਆਧਾਰ ਕਿੰਨੇ ਅੱਖਰ ਹੁੰਦੇ ਹਨ? ਆਪਸ਼ਨਾਂ ਹਨ 52, 30, 100 ਜਾਂ 35। ਇਸ ਦਾ ਸਹੀ ਉੱਤਰ ਹੈ 30। ਸੀ ਅਰਫੀ ਦਾ ਆਧਾਰ 30 ਅੱਖਰ ਹੁੰਦੇ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ, ਇਸਤਰੀ ਨੂੰ ਬਾਗਣ ਕਿਸ ਨਾਥ ਕਵੀ ਨੇ ਕਿਹਾ ਹੈ? ਆਪਸ਼ਨਾਂ ਹਨ ਚਰਪਟ ਨਾਥ, ਰਤਨ ਨਾਥ, ਗੋਰਖਨਾਥ, ਚੁਰੰਗੀਨਾਥ। ਇਸ ਦਾ ਸਹੀ ਉੱਤਰ ਹੈ ਗੋਰਖਨਾਥ। ਗੋਰਖਨਾਥ ਨੇ ਇਸਤਰੀ ਨੂੰ ਬਾਗਣ ਕਹਿ ਕੇ ਸੰਬੋਧਿਤ ਕੀਤਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਮਿੱਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲਹੂ ਛਾਣੀ ਦਾ ਪੰਕਤੀ ਕਿਸ ਦੀ ਹੈ? ਆਪਸ਼ਨਾਂ ਹਨ ਬੁੱਲੇ ਸ਼ਾਹ ਦੀ, ਗੁਲਾਮ ਫਰੀਦ ਦੀ, ਸ਼ਾਹ ਹੁਸੈਨ ਦੀ, ਹਾਸ਼ਮ ਦੀ। ਇਸ ਦਾ ਸਹੀ ਉੱਤਰ ਹੈ ਸ਼ਾਹ ਹੁਸੈਨ ਦੀਆਂ ਇਹ ਪੰਕਤੀਆਂ ਹਨ। ਤੇ ਇਸ ਤੋਂ ਬਾਅਦ ਪ੍ਰਸ਼ਨ ਹੈ, ਅਰਸਾਂ ਮੂਲ ਨਾ ਮੁੜਸਾਂ ਰਾਹੋਂ ਜਾਨ ਤਲੀ ਪਰ ਤਰਸਾਂ ਕਿਸ ਰਚਨਾ ਵਿੱਚ ਹੈ? ਆਪਸ਼ਨਾਂ ਹਨ ਸੱਸੀ, ਹਾਸ਼ਮ, ਹੀਰ, ਵਾਰਿਸ, ਸੋਹਣੀ, ਫਜ਼ਲ ਸ਼ਾਹ, ਮਿਰਜ਼ਾ, ਪੀਲੂ। ਇਸ ਦਾ ਉੱਤਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਸਹੀ ਉੱਤਰ ਅਸੀਂ ਅਗਲੀ ਵੀਡੀਓ ਵਿੱਚ ਦੱਸ ਦੇਵਾਂਗੇ। ਉਮੀਦ ਕਰਦੇ ਹਾਂ ਇਹ ਲੈਕਚਰ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਲੈਕਚਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ। ਧੰਨਵਾਦ।